ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਸਰਬੱਤ ਸੰਗਤ ਜਿੱਥੇ ਸ਼ਾਮ ਦੀ ਇਸ ਕਲਾਸ ਦੇ ਅੰਦਰ ਜੁੜ ਬੈਠੇ ਹੋ, ਜਿਸ ਕਲਾਸ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਤੇਗ ਵਾਹਿਗੁਰੂ ਗੁਰੂ ਅਰਜਨ ਦੇਵ ਸਾਹਿਬ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ ਦੀ ਆਪਾਂ ਵਿਚਾਰ ਕਰ ਰਹੇ ਹਾਂ। ਇਹ ਬਾਣੀ, ਜਿਸ ਬਾਣੀ ਦੀ ਅੱਜ ਆਪਾਂ ਸਤਿਗੁਰਾਂ ਦੀਆਂ ਰਹਿਮਤਾਂ ਦੇ ਨਾਲ 21ਵੀਂ ਅਸ਼ਟਪਦੀ ਦੀ ਵਿਚਾਰ ਕਰ ਰਹੇ ਹਾਂ। ਚਾਰ ਪਹਿਲੇ ਬੰਦ ਕੱਲ ਆਪਾਂ ਵਿਚਾਰੇ ਸਨ, ਪੰਜਵੇਂ ਤੋਂ ਅੱਜ ਸ਼ੁਰੂਆਤ ਕਰਾਂਗੇ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਾਂ ਸਾਰੇ ਮਿਲ ਕੇ ਗੁਰਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਵਨ ਅਸ਼ਟਪਦੀ ਆਪਾਂ ਵਿਚਾਰ ਰਹੇ ਹਾਂ, ਅਗਲੇ ਬੰਦ ਵਿਚਾਰਨ ਤੋਂ ਪਹਿਲਾਂ ਮੈਂ ਫਿਰ ਇਹ ਬੇਨਤੀ ਕਰਦਿਆਂ ਕਿ ਇਸ ਪਾਵਨ ਸਲੋਕ ਇਹਦਾ ਅਸ਼ਟਪਦੀ ਦਾ ਜੋ ਪਾਵਨ ਸਲੋਕ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹ ਜਿਹੜਾ ਪ੍ਰਮਾਤਮਾ ਹੈ, ਸਰਗੁਣ ਹੈ, ਨਿਰਗੁਣ ਹੈ, ਨਿਰੰਕਾਰ ਹੈ, ਉਹ ਆਪ ਸੁਨ ਸਮਾਧੀ ਵਿੱਚ ਟਿਕਿਆ ਹੈ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਭਾਈ ਫਿਰ ਜੋ ਕੁਝ ਵੀ ਹੋਇਆ, ਜੋ ਕੁਝ ਬਣਾਇਆ, ਆਪਨ ਕੀਆ ਨਾਨਕਾ, ਉਹਨੇ ਆਪ ਹੀ ਇਹ ਸਾਰਾ ਕੁਝ ਕੀਤਾ, ਆਪ ਹੀ ਸਾਰਾ ਕੁਝ ਬਣਾਇਆ। ਤੇ ਬਣਾਉਣ ਤੋਂ ਬਾਅਦ ਫਿਰ ਉਹ ਪ੍ਰਮਾਤਮਾ ਆਪ ਹੀ ਆਪਣੇ ਬਣਾਏ ਦੇ ਵਿੱਚ ਵੀ ਬੈਠ ਗਿਆ, ਸਮਾ ਗਿਆ। ਜਿਹੜੇ ਪਹਿਲੇ ਬੰਦ ਆਪਾਂ ਵਿਚਾਰੇ ਹਨ ਕਿ ਜਦੋਂ ਕੁਛ ਵੀ ਨਹੀਂ ਸੀ, ਪਾਪ ਪੁੰਨ ਵੀ ਨਹੀਂ ਸੀ, ਸਭ ਬੜੇ ਕਮਾਲ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ। ਉਪਰੰਤ ਜੋ ਅੱਜ ਦੀ ਪੰਜਵਾਂ ਬੰਦ ਜਿਹੜਾ ਅੱਜ ਦਾ ਆਪਾਂ ਸ਼ੁਰੂਆਤ ਕਰਨੀ ਹੈ, ਗੁਰੂ ਸਾਹਿਬ ਨੇ ਆਖਿਆ, ਜਬ ਆਪਣੀ ਸ਼ੋਭਾ ਆਪਨ ਸੰਗ ਬਣਾਈ। ਵੇਖੋ ਇਹ ਜਿਹੜੀ ਪਾਵਨ ਪੌੜੀ ਹੈ ਨਾ, ਇਸ ਪੌੜੀ ਦੇ ਅੰਦਰ ਬੜੀਆਂ ਰਹਿਮਤਾਂ ਗੁਰੂ ਸਾਹਿਬ ਜੀ ਨੇ ਕੀਤੀਆਂ ਹਨ। ਪਰਮਾਤਮਾ ਦੇ ਪ੍ਰਥਾਏ ਉਸ ਵਾਹਿਗੁਰੂ ਨੇ ਜਬ ਆਪਣੀ ਸ਼ੋਭਾ ਆਪਨ ਸੰਗ ਬਣਾਈ। ਜਦੋਂ ਅਸਲ ਵਿੱਚ ਇਹਦੇ ਜਿਹੜੇ ਸ਼ਾਬਦਿਕ ਅਰਥ ਇਹ ਹੋਣਗੇ ਕਿ ਜਦੋਂ ਪਰਮਾਤਮਾ ਦੀ ਕੋਈ ਸ਼ੋਭਾ ਕਰਨ ਵਾਲਾ ਵੀ ਨਹੀਂ ਸੀ, ਕੋਈ ਵੀ ਉਸ ਪਰਮਾਤਮਾ ਦੀ ਉਸਤਤ, ਉਸ ਪਰਮਾਤਮਾ ਦੀ ਵਡਿਆਈ ਕਰਨ ਵਾਲਾ ਇਸ ਕਾਇਨਾਤ ਦੇ ਅੰਦਰ ਮੌਜੂਦ ਨਹੀਂ ਸੀ। ਤੇ ਇੱਥੇ ਜਿਹੜੇ ਪਾਵਨ ਬਚਨ ਨੇ ਨਾ, ਜਬ ਆਪਣੀ ਸ਼ੋਭਾ ਆਪਨ ਸੰਗ ਬਣਾਈ, ਜਦੋਂ ਪ੍ਰਭੂ ਨੇ ਆਪਣੀ ਸ਼ੋਭਾ ਆਪਣੇ ਹੀ ਨਾਲ ਬਣਾਈ ਸੀ, ਉਹਨੇ ਆਪਣੀ ਸ਼ੋਭਾ ਆਪਣੇ ਨਾਲ ਬਣਾਈ। ਇਹ ਉਹ ਸਮਾਂ ਹੈ ਜਦੋਂ ਉਹਦੀ ਸ਼ੋਭਾ ਕਰਨ ਵਾਲਾ, ਕੋਈ ਉਸਤਤ ਕਰਨ ਵਾਲਾ, ਕੋਈ ਵਡਿਆਈ ਕਰਨ ਵਾਲਾ ਵੀ ਨਹੀਂ ਸੀ। ਕਹਿੰਦੇ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਮਾਂ, ਮਾਏ ਦਾ ਅਰਥ ਹੈ ਮਾਂ, ਬਾਪ ਦਾ ਅਰਥ ਹੈ ਪਿਓ, ਮਿੱਤਰ, ਮਿੱਤਰ ਸਮਝਦੇ ਹਾਂ ਸੁੱਤ, ਪੁੱਤਰ, ਭਾਈ, ਭਰਾ। ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਕਹਿੰਦੇ ਫਿਰ ਤਦੋਂ ਕੌਣ, ਉਸ ਵੇਲੇ ਕੌਣ ਮਾਂ ਸੀ, ਕੌਣ ਬਾਪ ਸੀ, ਕੌਣ ਮਿੱਤਰ, ਕੌਣ ਪੁੱਤਰ, ਕੌਣ ਭਰਾ। ਭਾਵ ਉਸ ਵੇਲੇ ਕੋਈ ਵੀ ਨਹੀਂ ਸੀ। ਨਾ ਇਸ ਕਾਇਨਾਤ ਦੇ ਅੰਦਰ ਕੋਈ ਕਿਸੇ ਦਾ ਮਾਂ ਬਾਪ ਮਿੱਤਰ ਸੁਤ ਭਾਈ ਸੀ, ਤੇ ਨਾ ਪਰਮਾਤਮਾ ਦਾ ਕੁਛ ਵੀ ਨਹੀਂ ਉਹਦਾ ਤੇ ਖੈਰ। ਫਿਰ ਆਖਿਆ ਜਹ ਸਰਬ ਕਲਾ ਆਪਹਿ ਪਰਬੀਨ। ਜਹ ਸਰਬ ਕਲਾ, ਕਲਾ ਦਾ ਭਾਵ ਹੈ ਤਾਕਤ, ਤੇ ਪਰਬੀਨ ਦਾ ਅਰਥ ਹੈ ਸਿਆਣਾ। ਜਦੋਂ ਜਹ ਸਰਬ ਕਲਾ, ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿੱਚ ਸੀ, ਆਪਹਿ ਪਰਬੀਨ, ਤੇ ਆਪ ਹੀ ਸਿਆਣਾ ਸੀ। ਵੈਸੇ ਇੱਕ ਗੱਲ ਹੈ ਕਿ ਉਹ ਪਰਮਾਤਮਾ ਹੁਣ ਵੀ ਪ੍ਰਬੀਨ ਹੈ ਤੇ ਉਹ ਹੁਣ ਵੀ ਸਿਆਣਾ ਹੈ। ਉਹਦੇ ਵਰਗਾ ਪ੍ਰਬੀਨ ਹੁਣ ਵੀ ਕੋਈ ਨਹੀਂ, ਉਹਦੇ ਵਰਗਾ ਸਿਆਣਾ ਹੁਣ ਵੀ ਕੋਈ ਨਹੀਂ ਹੈ। ਪਹਿਲਾਂ ਵੀ ਉਹ ਸਰਬ ਕਲਾ ਸੰਪੂਰਨ ਸੀ, ਸਾਰੀਆਂ ਕਲਾਵਾਂ, ਸਾਰੀ ਕਲਾ ਉਹਦੀ ਹੀ ਸੀ, ਤੇ ਉਹ ਆਪ ਹੀ ਜੋ ਹੈ ਉਹ ਪ੍ਰਬੀਨ ਸੀ, ਪ੍ਰਬੀਨ ਸਿਆਣਾ ਸੀ। ਪ੍ਰਬੀਨ ਦਾ ਵੈਸੇ ਇੱਕ ਅਰਥ ਨਿਪੁੰਨ ਵੀ ਕਿਹਾ ਜਾਂਦਾ ਹੈ। ਅਸੀਂ ਕਹਿੰਦੇ ਹਾਂ ਨਾ ਇਹ ਆਪਣੇ ਕੰਮ ਦੇ ਵਿੱਚ ਬੜਾ ਪ੍ਰਬੀਨ ਸੀ, ਪ੍ਰਬੀਨ ਹੈ, ਮਤਲਬ ਇਹਨੂੰ ਬੜੀ ਮੁਹਾਰਤ ਹੈ ਆਪਣੇ ਕੰਮ ਦੇ ਅੰਦਰ। ਪ੍ਰਬੀਨ ਦਾ ਇੱਕ ਇਹ ਅਰਥ ਵੀ ਕੀਤਾ ਜਾਂਦਾ ਹੈ, ਤੇ ਪ੍ਰਬੀਨ ਦਾ ਇੱਕ ਅਰਥ ਸਿਆਣਪ ਵੀ, ਸਿਆਣਾ ਵੀ ਕੀਤਾ ਜਾਂਦਾ ਹੈ।
ਕਹਿੰਦੇ ਉਹ ਵੇਲਾ ਜਹ ਸਰਬ ਕਲਾ ਆਪੇ ਪਰਬੀਨ, ਤਹ ਵੇਦ ਕਤੇਬ ਕਹਾਂ ਕੋ ਚੀਨ। ਜੇ ਪਾਤਸ਼ਾਹ ਜੀ ਨੇ ਆਖਿਆ ਚੀਨ ਦਾ ਭਾਵ ਹੈ ਜਾਣਨਾ ਜਾਂ ਪਛਾਣਨਾ। ਤਦੋਂ ਉਸ ਵੇਲੇ ਤਹ ਵੇਦ ਕਤੇਬ, ਉਸ ਵੇਲੇ ਤਦੋਂ ਕਿੱਥੇ ਕੋਈ ਵੇਦ ਤੇ ਕਤੇਬ ਵਿਚਾਰਦਾ ਸੀ। ਵੇਦ ਹਿੰਦੂ ਧਰਮ ਦੀਆਂ ਪੁਸਤਕਾਂ ਤੇ ਕਤੇਬਾਂ ਮੁਸਲਮਾਨਾਂ ਦੇ ਧਰਮ ਦੀਆਂ ਪੁਸਤਕਾਂ ਹਨ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਉਦੋਂ ਫਿਰ ਕੌਣ ਸੀ ਤਹ ਵੇਦ ਕਤੇਬ, ਉਦੋਂ ਕੌਣ ਸੀ ਜਿਹੜਾ ਵੇਦਾਂ ਨੂੰ ਵਿਚਾਰ ਰਿਹਾ ਸੀ, ਕਤੇਬਾਂ ਨੂੰ ਵਿਚਾਰ ਰਿਹਾ ਸੀ। ਕਹਿਣ ਦਾ ਭਾਵ ਇਹ ਹੈ ਉਦੋਂ ਨਾ ਵੇਦ ਸਨ ਤੇ ਨਾ ਕਤੇਬ ਸਨ। ਪਰ ਇੱਕ ਗੱਲ ਹਮੇਸ਼ਾ ਸਮਝਿਓ, ਜਿੰਨੇ ਵੀ ਧਰਮ ਦੇ ਗ੍ਰੰਥ ਹੋਏ ਨੇ ਨਾ, ਉਹਨਾਂ ਗ੍ਰੰਥਾਂ ਦੇ ਅੰਦਰ ਪਰਮਾਤਮਾ ਦੀ ਉਸਤਤ ਹੈ, ਪਰਮਾਤਮਾ ਦੀ ਵਡਿਆਈ ਹੈ ਉਹਨਾਂ ਸਾਰਿਆਂ ਗ੍ਰੰਥਾਂ ਦੇ ਅੰਦਰ। ਜੇ ਉਦੋਂ ਵੇਦ ਕਤੇਬ ਆਦਿ ਗ੍ਰੰਥ ਨਹੀਂ ਸਨ ਤੇ ਪਰ ਇੱਕ ਗੱਲ ਸਮਝ ਲਓ, ਉਦੋਂ ਪਰਮਾਤਮਾ ਦੀ ਉਸਤਤ, ਉਹਦੀ ਵਡਿਆਈ ਉਦੋਂ ਵੀ ਸੀ। ਇਹ ਨਹੀਂ ਕਿ ਵੇਦਾਂ ਕਤੇਬਾਂ ਦੇ ਵਿੱਚ ਹੀ ਉਹਦੀ ਵਡਿਆਈ ਹੋਈ ਹੈ। ਜੇ ਵੇਦ ਕਤੇਬ ਨਹੀਂ ਸਨ ਤੇ ਉਹਦੀ ਕੋਈ ਵਡਿਆਈ ਨਹੀਂ ਸੀ। ਉਹਦੀ ਵਡਿਆਈ ਉਦੋਂ ਵੀ ਉਸੇ ਤਰ੍ਹਾਂ ਸੀ। ਜੇ ਵੇਦਾਂ ਨੇ ਲਿਖਿਆ ਕਿ ਪ੍ਰਮਾਤਮਾ ਇਹੋ ਜਿਹਾ, ਪ੍ਰਮਾਤਮਾ ਦਾ ਇਹੋ ਜਿਹਾ ਰੂਪ, ਇਹੋ ਜਿਹਾ ਰੰਗ, ਪਰ ਅਖੀਰ ਤੇ ਇਹਨਾਂ ਵੇਦਾਂ ਨੇ ਵੀ ਲਿਖ ਦਿੱਤਾ ਸੀ ਨਾ ਇਤੀ ਨਾ ਇਤੀ, ਜਿਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਨਾ, ਨੇਤ ਨੇਤ ਬਨ ਤ੍ਰਿਣ ਕਹਿਤ। ਨਾ ਇਤੀ, ਨਾ ਇਤੀ ਦਾ ਭਾਵ ਹੈ ਕਿ ਜਿਹੋ ਜਿਹਾ ਅਸੀਂ ਵਰਣਨ ਕਰਕੇ ਆਏ ਹਾਂ, ਪ੍ਰਮਾਤਮਾ ਉਹੋ ਜਿਹਾ ਨਹੀਂ ਹੈ। ਉਹ ਜਿਹਾ ਤਾਂ ਬਿਲਕੁਲ ਵੀ ਨਹੀਂ ਹੈ। ਕਹਿੰਦੇ ਇੱਥੇ ਮੈਂ ਤਾਂ ਇਹ ਬੇਨਤੀ ਕਰ ਰਿਹਾ, ਤਹ ਵੇਦ ਕਤੇਬ ਕਹਾਂ ਕੋ ਚੀਨ, ਉਦੋਂ ਕੌਣ ਸੀ ਜਿਹੜਾ ਵੇਦਾਂ ਤੇ ਕਤੇਬਾਂ ਨੂੰ ਚੀਨਦਾ ਸੀ, ਵਿਚਾਰਦਾ ਸੀ। ਭਾਵ ਉਦੋਂ ਵੇਦ ਤੇ ਕਤੇਬ ਵੀ ਨਹੀਂ ਸਨ। ਕਹਿੰਦੇ ਜਬ ਆਪਨ ਆਪ ਆਪ ਉਰ ਧਾਰੈ, ਇੱਥੇ ਵਿਸ਼ਰਾਮ ਆਏਗਾ ਜਬ ਆਪਨ ਆਪ ਤੇ। ਗੁਰੂ ਸਾਹਿਬ ਨੇ ਆਖਿਆ ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿੱਚ ਟਿਕਾਈ ਬੈਠਾ ਸੀ। ਜਬ ਆਪਨ ਆਪ, ਜਦੋਂ, ਜਬ ਦਾ ਅਰਥ ਜਦੋਂ, ਆਪਨ ਆਪ, ਆਪਣੇ ਆਪ ਨੂੰ ਆਪ ਉਰ ਧਾਰੈ, ਆਪਣੇ ਅੰਦਰ ਹੀ ਧਾਰਿਆ ਹੋਇਆ ਸੀ ਉਹਨੇ। ਅਸੀਂ ਕਹਿੰਦੇ ਹਾਂ ਪ੍ਰਮਾਤਮਾ ਅਰਬਤ ਨਰਬਤ ਧੁੰਦੂਕਾਰ ਆ ਗਈ ਸੀ, ਪਰ ਉੱਥੇ ਵੀ ਪ੍ਰਮਾਤਮਾ ਨੇ ਆਪਣੇ ਆਪ ਨੂੰ ਆਪਣੇ ਅੰਦਰ ਹੀ ਸਮਾ ਕੇ ਰੱਖਿਆ ਹੋਇਆ ਸੀ। ਤਉ ਸਗਨ ਅਪਸਗਨ ਕਹਾ ਵਿਚਾਰੈ। ਫਿਰ ਉਦੋਂ ਕਹਿੰਦੇ ਫਿਰ ਸ਼ਗਨ ਅਪਸ਼ਗਨ, ਭਾਵ ਚੰਗਾ ਸ਼ਗਨ ਮਾੜਾ ਸ਼ਗਨ ਕੌਣ ਸੋਚਦਾ ਸੀ? ਕੋਈ ਉਦੋਂ ਤੱਕ ਵੇਖੋ, ਜਦੋਂ ਸ਼ਗਨ ਅਪਸ਼ਗਨ ਜਿਹੜਾ ਹੈ ਨਾ, ਇਹ ਆਉਂਦਾ ਹੈ ਸਮੇਂ ਦੇ ਹਿਸਾਬ ਨਾਲ। ਉਦੋਂ ਤਾਂ ਕੋਈ ਸਮਾਂ ਹੀ ਨਹੀਂ ਸੀ, ਨਾ ਕੋਈ ਪਾਸਟ ਸੀ, ਨਾ ਕੋਈ ਪ੍ਰੈਜ਼ੈਂਟ ਸੀ, ਨਾ ਕੋਈ, ਹਾਂ ਫਿਊਚਰ ਇੱਕ ਵੱਖਰੀ ਗੱਲ ਹੈ, ਆਉਣ ਵਾਲਾ ਸਮਾਂ ਜਿਹੜਾ, ਪਰ ਉਦੋਂ ਸਮਾਂ ਹੈ ਹੀ ਨਹੀਂ ਸੀ, ਕੁਛ ਵੀ ਨਹੀਂ ਸੀ। ਜਦੋਂ ਫਿਰ ਸਮਾਂ ਹੀ ਨਹੀਂ ਸੀ ਤੇ ਫਿਰ ਸ਼ਗਨ ਅਪਸ਼ਗਨ ਕਿਸੇ ਨੇ ਕੀ ਵਿਚਾਰਨੇ ਸਨ। ਭਾਵ ਉਦੋਂ ਨਾ ਸ਼ਗਨ ਸਨ ਨਾ ਅਪਸ਼ਗਨ, ਕੁਛ ਵੀ ਨਹੀਂ ਸੀ। ਵੈਸੇ ਵੀ ਸਿੱਖ ਧਰਮ ਦੇ ਅੰਦਰ, ਸਿੱਖੀ ਰਹੁ ਰੀਤਾਂ ਦੇ ਅੰਦਰ ਸ਼ਗਨ ਅਪਸ਼ਗਨ ਨਾਮ ਦੀ ਕੋਈ ਵੀ ਜਿਹੜੀ ਚੀਜ਼ ਉਹ ਨਹੀਂ ਹੈ। ਆਪਣੇ ਲਈ ਤਾਂ ਗੁਰੂ ਸਾਹਿਬ ਨੇ ਆਖਿਆ ਵੀ ਇਹ ਸਭ ਕੁਛ ਇੱਕ ਹੈ, ਸ਼ਗਨ ਅਪਸ਼ਗਨ ਤਿਸ ਕੋ ਲਗਾ। ਇਹ ਵੀ ਕਿਹਾ ਕਿ ਸ਼ਗਨ ਅਪਸ਼ਗਨ ਉਹਨੂੰ ਲੱਗਦੇ ਨੇ। ਦੇਖੋ ਜਿਹੜਾ ਪ੍ਰਮਾਤਮਾ ਤੋਂ ਟੁੱਟਿਆ ਉਹ ਇਹਨਾਂ ਚੀਜ਼ਾਂ ਨੂੰ ਵਿਚਾਰਦਾ, ਇਹਨਾਂ ਚੀਜ਼ਾਂ ਵੱਲ ਵੇਖਦਾ। ਜਦੋਂ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਨਾ, ਉਹ ਇਹਨਾਂ ਚੀਜ਼ਾਂ ਵੱਲ ਪੈਂਦਾ ਵੀ ਨੇੜੇ ਵੀ ਨਹੀਂ ਹੁੰਦਾ। ਗੁਰੂ ਸਾਹਿਬ ਨੇ ਜਦੋਂ ਸਮੇਂ ਦਾ ਜ਼ਿਕਰ ਕੀਤਾ, ਉਹ ਸਭੇ ਰੁੱਤਾਂ ਚੰਗੀਆਂ ਕਿਹਾ, ਸਾਰੀਆਂ ਰੁੱਤਾਂ ਹੀ ਚੰਗੀਆਂ ਨੇ, ਉਹ ਭਲਾ ਹੈ ਸਮਾਂ। ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ। ਜਿਹਦੇ ਉੱਪਰ ਉਹਨੇ ਨਜ਼ਰੇ ਰਹਿਮਤ ਆਪਣੀ ਕਰ ਦਿੱਤੀ, ਉਹਦੇ ਲਈ ਮਾਹ, ਮਹੀਨੇ, ਦਿਵਸ, ਦਿਹਾੜੇ, ਮਹੂਰਤ, ਹਰ ਇੱਕ ਮਹੂਰਤ ਉਹਦੇ ਲਈ ਭਲਾ ਹੈ। ਉਹਦੇ ਲਈ ਕੋਈ ਚੰਗਾ ਮਹੂਰਤ, ਕੋਈ ਮਾੜਾ ਨਹੀਂ, ਉਹਦੇ ਲਈ ਕੋਈ ਸ਼ਗਨ ਅਪਸ਼ਗਨ ਨਹੀਂ ਹੈ। ਫਿਰ ਮੇਰੇ ਸੱਚੇ ਪਾਤਸ਼ਾਹ ਨੇ ਆਖਿਆ, ਜਹ ਆਪਨ ਊਚ ਆਪਨ ਆਪ ਨੇਰਾ। ਜਦੋਂ ਉਹ ਆਪ ਹੀ ਉੱਚਾ ਹੈ ਤੇ ਨੇਰਾ ਦਾ ਅਰਥ ਹੈ ਨੀਵਾਂ। ਆਪਨ ਊਚ, ਜਦੋਂ ਉਹ ਆਪ ਹੀ ਉੱਚਾ, ਆਪਨ ਆਪ ਨੇਰਾ, ਤੇ ਆਪ ਅਤੇ ਆਪ ਹੀ ਨੀਵਾਂ ਸੀ। ਉੱਚਾ ਵੀ ਆਪ ਤੇ ਨੀਵਾਂ ਵੀ ਆਪ। ਉਦੋਂ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਉਦੋਂ ਉੱਚਾ ਵੀ ਆਪ ਤੇ ਨੀਵਾਂ ਵੀ ਆਪ। ਕਹਿੰਦੇ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਫਿਰ ਉਸ ਵੇਲੇ ਠਾਕੁਰ ਦਾ ਅਰਥ ਹੈ ਮਾਲਕ ਤੇ ਚੇਰਾ ਦਾ ਅਰਥ ਹੈ ਚੇਲਾ, ਸੇਵਕ। ਫਿਰ ਉਦੋਂ ਕੌਣ ਮਾਲਕ ਸੀ ਤੇ ਕੌਣ ਸੇਵਕ ਸੀ? ਕੋਈ ਕਿਸੇ ਦਾ ਮਾਲਕ ਨਹੀਂ ਸੀ, ਕੋਈ ਕਿਸੇ ਦਾ ਸੇਵਕ ਨਹੀਂ ਸੀ। ਤਹ ਕੌਣ ਠਾਕੁਰ ਕੌਣ ਕਹੀਐ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ।
ਬਿਸਮਣ ਬਿਸਮ, ਅਚਰਜ ਤੋਂ ਅਚਰਜ। ਕਹਿੰਦੇ ਉਦੋਂ ਫਿਰ ਕੀ ਸੀ? ਜੀਵ ਤੇਰੀ ਗੱਤ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ। ਇਹ ਪਾਤਸ਼ਾਹ ਜਦੋਂ ਕੋਈ ਵੀ ਨਹੀਂ ਸੀ, ਫਿਰ ਉਦੋਂ ਕੀ ਸੀ? ਵਿਸਮਾਦ ਸੀ। ਵਿਸਮਾਦ, ਕਿਉਂਕਿ ਪਰਮਾਤਮਾ ਆਪ ਹੀ ਵਿਸਮਾਦ ਹੈ। ਉਹ ਆਪ ਹੀ ਆਪਣੇ ਆਪ ਦੇ ਅੰਦਰ ਵਿਸਮਾਦ ਹੈ। ਨਾਨਕ ਆਪਣੀ ਗਤ ਜਾਨੋ ਆਪ। ਸੱਚੇ ਪਾਤਸ਼ਾਹ ਇਹ ਵਾਹਿਗੁਰੂ ਪ੍ਰਮਾਤਮਾ, ਫਿਰ ਤੂੰ ਆਪਣੀ ਗਤ ਜਿਹੜੀ ਏ ਉਹ ਆਪ ਹੀ ਜਾਣਦਾ ਹੈ, ਕੋਈ ਹੋਰ ਤੇਰੀ ਗਤ ਮਿੱਤ ਨਹੀਂ ਜਾਣਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਧਾਂ ਨਾਲ ਗੋਸ਼ਟ ਹੋਈ ਨਾ ਗੁਰੂ ਸਾਹਿਬ ਦੀ, ਉਹ ਸਾਰੀ ਸਿੱਧ ਗੋਸ਼ਟ ਤੋਂ ਬਾਅਦ ਅਖੀਰ ਤੇ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਿਆ, ਮੇਰੇ ਬਾਬੇ ਨੇ। ਗੁਰੂ ਸਾਹਿਬ ਨੇ ਆਖਿਆ ਤੇਰੀ ਗਤ ਮਿੱਤ ਤੂੰ ਹੈ ਜਾਣੈ। ਪਰਮਾਤਮਾ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਿਆ ਗਿਆ ਹੈ। ਆਖਿਆ ਪ੍ਰਮਾਤਮਾ ਤੇਰੀ ਗਤ ਮਿੱਤ ਤੂੰ ਹੈ ਜਾਣੈ। ਤੇਰੀ ਗਤ ਮਿੱਤ, ਤੇਰੀ ਅਵਸਥਾ ਤੂੰ ਆਪ ਹੀ ਜਾਣਦਾ ਹੈ। ਅੱਜ ਕਿਹਾ ਹੈ ਨਾ, ਵੇਖੋ, ਨਾਨਕ ਆਪਣੀ ਗਤ ਜਾਣੋ ਆਪ। ਉਹ ਆਪਣੀ ਗਤ ਆਪ ਹੀ ਜਾਣਦਾ ਹੈ। ਉੱਥੇ ਗੁਰੂ ਨਾਨਕ ਦੇਵ ਜੀ ਨੇ ਆਖਿਆ, ਕਹਿੰਦੇ ਤੇਰੀ ਗਤ ਮਿੱਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣ ਹੈ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਨ। ਤੂੰ ਗੁਪਤ ਆਪ ਹੈ, ਪ੍ਰਗਟ ਆਪ ਹੈ, ਸਾਰਿਆਂ ਦੇ ਅੰਦਰ ਪ੍ਰਗਟ ਹੋ ਕੇ ਸਾਰੇ ਰੰਗ ਵੀ ਤੂੰ ਆਪ ਹੀ ਮਾਣ ਰਿਹਾ ਹੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫਰਮਾਨੈ, ਮੰਗੈ ਦਾਨ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਉ ਕੁਰਬਾਨ ਹੈ। ਅਬਿਨਾਸੀ ਪ੍ਰਭ ਖੇਦ ਰਚਾਇਆ, ਗੁਰਮੁਖ ਸੋਝੀ ਹੋਈ, ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨ ਕੋਈ। ਸਭ ਜੁਗਾਂ ਦੇ ਵਿੱਚ, ਹਰ ਜਗ੍ਹਾ ਤੇ, ਹਰ ਵੇਲੇ, ਹਰ ਘੜੀ ਉਹ ਆਪ ਹੀ ਵਰਤਦਾ ਹੈ, ਕੋਈ ਹੋਰ ਨਹੀਂ ਹੈ ਉਹਦੀ ਜਗ੍ਹਾ। ਨਾਨਕ ਆਪਣੀ ਗਤ ਜਾਣੋ ਆਪ। ਉਹ ਆਪਣੀ ਗਤ ਆਪ ਹੀ ਜਾਣਦਾ ਹੈ। ਫਿਰ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਜਹ ਅਛਲ ਅਛੇਦ ਅਭੇਦ ਸਮਾਇਆ। ਅਛਲ, ਜੋ ਛਲਿਆ ਨਹੀਂ ਜਾ ਸਕਦਾ, ਜਿਸ ਨੂੰ ਧੋਖਾ ਨਾ ਦਿੱਤਾ ਜਾ ਸਕੇ, ਕੋਈ ਧੋਖਾ ਨਹੀਂ ਨੂੰ ਦੇ ਸਕਦਾ। ਅਛੇਦ, ਜੋ ਛੇਦਿਆ ਨਹੀਂ ਜਾ ਸਕਦਾ, ਜਿਹੜਾ ਨਾਸ਼ ਤੋਂ ਰਹਿਤ ਹੈ। ਅਭੇਦ, ਜਿਸ ਦਾ ਭੇਦ ਨਾ ਪਾਇਆ ਜਾ ਸਕੇ। ਅਛਲ, ਛਲਿਆ ਨਾ ਜਾ ਸਕੇ। ਅਛੇਦ, ਛੇਦਿਆ ਨਾ ਜਾ ਸਕੇ। ਭੇਦਿਆ ਨਾ ਜਾ ਸਕੇ। ਜਹ ਅਛਲ ਅਛੇਦ ਅਭੇਦ ਸਮਾਇਆ। ਕਹਿੰਦੇ ਜਿਸ ਅਵਸਥਾ ਵਿੱਚ ਅਛਲ, ਅਬਿਨਾਸੀ ਤੇ ਅਭੇਦ ਪ੍ਰਭੂ, ਸਮਾਇਆ ਦਾ ਅਰਥ ਹੈ ਆਪਣੇ ਆਪ ਵਿੱਚ ਹੀ ਸਮਾਇਆ, ਆਪਣੇ ਆਪ ਵਿੱਚ ਟਿਕਿਆ ਹੋਇਆ ਸੀ। ਊਹਾਂ ਕਿਸੇ ਵਿਆਪਤ ਮਾਇਆ। ਊਹਾਂ, ਉੱਥੇ ਫਿਰ ਮਾਇਆ ਜਿਹੜੀ ਕਿਹਨੂੰ ਲੱਗਣੀ ਸੀ? ਮਾਇਆ ਤਾਂ ਜਿਹਨੇ ਬਣਾਈ ਨਹੀਂ ਸੀ, ਫਿਰ ਮਾਇਆ ਲੱਗਣੀ ਕਿਹਨੂੰ ਸੀ? ਕਿਸੇ ਨੂੰ ਨਹੀਂ। ਊਹਾਂ ਕਿਸੇ ਵਿਆਪਤ ਮਾਇਆ, ਦੱਸੋ ਫਿਰ ਉੱਥੇ ਮਾਇਆ ਕਿਹਨੂੰ ਲੱਗਣੀ ਸੀ? ਆਪਸ ਕਉ ਆਪਹਿ ਆਦੇਸ਼। ਆਦੇਸ਼ ਦਾ ਅਰਥ ਹੈ ਨਮਸਕਾਰ, ਪ੍ਰਣਾਮ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦੇਸ਼ ਤਿਸੈ ਆਦੇਸ਼। ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖਿਆ ਵੇਸ। ਆਦੇਸ਼ ਦਾ ਅਰਥ ਹੈ ਨਮਸਕਾਰ। ਕਹਿੰਦੇ ਫਿਰ ਉਦੋਂ ਆਪਸ ਕਉ ਆਪਹਿ ਆਦੇਸ਼, ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਸੀ ਉਦੋਂ। ਭਾਵ ਉਦੋਂ ਕੋਈ ਕਿਸੇ ਨੂੰ ਨਮਸਕਾਰ ਕਰਨ ਵਾਲਾ ਵੀ ਨਹੀਂ ਸੀ। ਆਪਸ ਕਉ ਆਪਹਿ ਆਦੇਸ਼, ਕਹਿੰਦੇ ਉਸ ਵੇਲੇ ਉਹ ਪ੍ਰਮਾਤਮਾ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰ ਰਿਹਾ ਸੀ। ਫਿਰ ਕਹਿੰਦੇ ਤਿਹ ਗੁਣ ਕਾ ਨਾਹੀ ਪਰਵੇਸ਼। ਤਿਹ ਗੁਣ, ਮਾਇਆ ਦੇ ਜਿਹੜੇ 3 ਗੁਣ ਨੇ, ਇਹਨਾਂ 3 ਗੁਣਾਂ ਦਾ ਉਹਦੇ ਤੇ ਪ੍ਰਭਾਵ ਜਿਹੜਾ ਉਹ ਨਹੀਂ ਸੀ, ਪ੍ਰਵੇਸ਼, ਅਸਰ ਨਹੀਂ ਸੀ। ਜਹ ਏਕ ਹੈ ਏਕ, ਏਕ ਭਗਵੰਤਾ। ਜਦੋਂ ਭਗਵਾਨ ਇੱਕ ਹੈ ਏਕ, ਉਹ ਇਕੱਲਾ ਹੀ ਸੀ। ਭਗਵੰਤਾ ਦਾ ਅਰਥ ਵੈਸੇ ਜਿਹੜਾ ਸ਼ਾਬਦਿਕ ਅਰਥ ਹੈ ਭਗ ਤੋਂ ਪੈਦਾ ਹੋਣ ਵਾਲਾ, ਜਿਹੜਾ ਸ਼ਾਬਦਿਕ ਦਾ ਅਰਥ ਹੈ ਬਈ ਪ੍ਰਮਾਤਮਾ ਦਾ ਲਖਾਇਕ ਹੈ। ਜਹ ਇੱਕ ਹੈ ਏਕ, ਏਕ ਭਗਵੰਤਾ। ਜਦੋਂ ਭਗਵਾਨ ਕੇਵਲ ਇੱਕ ਆਪ ਹੀ ਸੀ। ਤਹ ਕੌਣ ਅਚਿੰਤ, ਕਿਸ ਲਾਗੈ ਚਿੰਤਾ। ਕਹਿੰਦੇ ਫਿਰ ਉਦੋਂ ਕੌਣ ਅਚਿੰਤ ਸੀ? ਅਚਿੰਤ ਦਾ ਭਾਵ ਹੈ ਚਿੰਤਾ ਤੋਂ ਰਹਿਤ, ਤੇ ਚਿੰਤਾ ਤਾਂ ਆਪਾਂ ਸਮਝਦੇ ਹਾਂ। ਫਿਰ ਕਹਿੰਦੇ ਉਦੋਂ ਕੌਣ ਸੀ ਜਿਹਨੂੰ ਚਿੰਤਾ ਲੱਗਦੀ ਸੀ, ਤੇ ਕੌਣ ਸੀ ਜਿਹੜਾ ਚਿੰਤਾ ਤੋਂ ਰਹਿਤ ਸੀ? ਕੋਈ ਵੀ ਨਹੀਂ। ਕੌਣ ਬੇਫਿਕਰ ਸੀ ਤੇ ਕਿਸ ਨੂੰ ਚਿੰਤਾ ਲੱਗਦੀ ਸੀ? ਨਾ ਹੀ ਕੋਈ ਬੇਫਿਕਰ ਸੀ ਤੇ ਨਾ ਹੀ ਕਿਸੇ ਨੂੰ ਕਹਿੰਦੇ ਚਿੰਤਾ ਲੱਗਦੀ ਸੀ। ਜਹ ਆਪਨ ਆਪ,
ਆਪ ਪਤਿਆਰਾ। ਵਿਸ਼ਰਾਮ ਜੀ ਦਾ ਲਾਉਣਾ ਕਿੱਥੇ ਲੱਗੇਗਾ? ਜਹ ਆਪਨ ਆਪ, ਆਪ ਤੇ ਰੁਕਣਾ ਪਏਗਾ ਇੱਥੇ। ਆਪ ਪਤਿਆਰਾ। ਗੁਰੂ ਸਾਹਿਬ ਨੇ ਆਖਿਆ ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਵੀ ਪ੍ਰਭੂ ਆਪ ਹੀ ਸੀ। ਪਤਿਆਰਾ ਦਾ ਅਰਥ ਪਤਿਆਉਣ ਵਾਲਾ, ਪਤਿਆਰਾ ਦਾ ਅਰਥ ਵੈਸੇ ਬਣਦਾ ਹੈ ਪਰਖਣ ਵਾਲਾ। ਕਹਿਣ ਦਾ ਭਾਵ ਹੈ ਉਦੋਂ ਆਪਣੇ ਆਪ ਨੂੰ ਪਰਖਣ ਵਾਲਾ ਵੀ ਉਹ ਵਾਹਿਗੁਰੂ, ਉਹ ਪਰਮਾਤਮਾ ਆਪ ਹੀ ਸੀ। ਤਹ ਕੌਣ ਕਥੈ, ਇੱਥੇ ਵਿਸ਼ਰਾਮ ਆਏਗਾ, ਰੁਕਣਾ ਇੱਥੇ। ਤਹ ਕੌਣ ਕਥੈ, ਕੌਣ ਸੁਣਨੈ ਹਾਰਾ। ਕਹਿੰਦੇ ਉਦੋਂ ਫਿਰ ਕਥੈ, ਕਥੈ ਦਾ ਭਾਵ ਹੈ ਕਥਨਾ, ਬੋਲਣਾ, ਤੇ ਸੁਣਨੈ ਹਾਰਾ ਦਾ ਭਾਵ ਸੁਣਨਾ। ਕੌਣ ਉਦੋਂ ਬੋਲਣ ਵਾਲਾ ਸੀ ਤੇ ਕੌਣ ਸੁਣਨ ਵਾਲਾ ਸੀ? ਨਾ ਹੀ ਉਦੋਂ ਕੋਈ ਬੋਲਣ ਵਾਲਾ ਸੀ ਤੇ ਨਾ ਹੀ ਉਦੋਂ ਕੋਈ ਸੁਣਨ ਵਾਲਾ ਨਹੀਂ ਸੀ। ਉਦੋਂ ਤਾਂ ਬੋਲ ਵੀ ਮੌਜੂਦ ਨਹੀਂ ਸੀ। ਫਿਰ ਸਮਝਿਓ, ਉਦੋਂ ਤੇ ਬੋਲ ਹੀ ਮੌਜੂਦ ਨਹੀਂ ਸੀ ਤੇ ਫਿਰ ਬੋਲਣਾ ਕਿੰਨੇ ਸੀ ਤੇ ਸੁਣਨਾ ਕਿੰਨੇ ਸੀ? ਬੋਲਿਆ ਜਾਏਗਾ ਤੇ ਸੁਣਿਆ ਜਾਏਗਾ ਨਾ, ਪਰ ਉਦੋਂ ਬੋਲ ਹੀ ਮੌਜੂਦ ਮੇਰੇ ਪਾਤਸ਼ਾਹ ਨੇ ਆਖਿਆ ਨਹੀਂ ਸੀ। ਤੈ ਕੌਣ ਕਥੈ ਕੌਣ ਸੁਣਨੈ ਹਾਰਾ। ਫਿਰ ਕਹਿੰਦੇ ਬਹੁ ਬੇਅੰਤ ਊਚ ਤੇ ਊਚਾ। ਬਹੁ ਬੇਅੰਤ, ਉਹ ਪ੍ਰਮਾਤਮਾ ਬੜਾ ਬੇਅੰਤ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਊਚ ਤੇ ਊਚਾ, ਉਹ ਉੱਚੇ ਤੋਂ ਵੀ ਉੱਚਾ ਹੈ, ਬੇਅੰਤ ਹੈ। ਤੇ ਪਾਤਸ਼ਾਹ ਜੀ ਨੇ ਆਖਿਆ ਉਹ ਬਹੁ ਬੇਅੰਤ ਹੈ। ਵੇਖੋ ਬਹੁ ਬੇਅੰਤ, ਬਹੁ ਬੇਅੰਤ ਦਾ ਬਹੁਤ ਜ਼ਿਆਦਾ ਬੇਅੰਤ। ਬੇਅੰਤ ਦਾ ਅਰਥ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉੱਚ ਤੇ ਉੱਚਾ, ਉਹ ਉੱਚਿਆਂ ਤੋਂ ਵੀ ਉੱਚਾ ਹੈ। ਨਾਨਕ ਆਪਸ ਕਉ ਆਪਹਿ ਪਹੁੰਚਾ। हे ਨਾਨਕ, ਆਪਣੇ ਆਪ ਤੱਕ ਉਹ ਆਪ ਹੀ ਪਹੁੰਚਿਆ ਹੋਇਆ ਹੈ। ਉਹ ਪ੍ਰਮਾਤਮਾ ਨਾ ਉਦੋਂ ਆਪਣੇ ਆਪ ਤੱਕ ਆਪ ਹੀ ਪਹੁੰਚਿਆ ਹੋਇਆ ਸੀ। ਉਸ ਪ੍ਰਮਾਤਮਾ ਨੂੰ ਕੋਈ ਪਹੁੰਚਾਉਣ ਵਾਲਾ ਨਹੀਂ ਸੀ, ਕਿਤੇ ਵੀ ਪਹੁੰਚਾਉਣ ਵਾਲਾ ਨਹੀਂ ਸੀ। ਫਿਰ ਅੱਗੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ, ਆਖਿਆ ਕਹਿੰਦੇ ਜਹ ਆਪ ਰਚਿਓ ਪਰਪੰਚ ਆਕਾਰ। ਜਹ ਆਪ ਰਚਿਓ। ਹੁਣ ਧਿਆਨ ਨਾਲ ਸੁਣਿਓ, 6 ਬੰਦ ਜਿਹੜੇ ਇਸ ਅਸ਼ਟਪਦੀ ਦੇ ਹੋ ਚੁੱਕੇ ਹਨ। 6 ਇਹਨਾਂ 6 ਬੰਦਾਂ ਦੇ ਵਿੱਚ ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਦਾ ਜ਼ਿਕਰ ਕੀਤਾ ਜਦੋਂ ਪ੍ਰਮਾਤਮਾ ਆਪ ਹੀ ਸੀ, ਜਦੋਂ ਕੁਝ ਵੀ ਨਹੀਂ ਸੀ, ਉਦੋਂ ਕਹਿੰਦਿਆ ਕੁਝ ਵੀ ਨਹੀਂ ਸੀ, ਉਦੋਂ ਕੁਝ ਵੀ। ਉਹ ਪ੍ਰਮਾਤਮਾ ਜਿਹੜਾ ਹੈ ਉਹ ਉਦੋਂ ਆਪਣੇ ਆਪ ਵਿੱਚ ਆਪ ਹੀ ਸਮਾਇਆ ਹੋਇਆ ਸੀ, ਉਦੋਂ ਵੀ। ਫਿਰ ਹੁਣ 7ਵੇਂ ਬੰਦ ਵਿੱਚ ਧਿਆਨ ਨਾਲ ਸੁਣਿਓ ਕੀ ਕਹਿ ਰਹੇ ਨੇ। ਜਹ ਆਪ ਰਚਿਓ ਪਰਪੰਚ ਆਕਾਰ। ਜਦੋਂ ਪ੍ਰਮਾਤਮਾ ਨੇ, ਪ੍ਰਪੰਚ ਦਾ ਭਾਵ ਹੈ ਦ੍ਰਿਸ਼ਟਮਾਨ ਸੰਸਾਰ, ਆਕਾਰ, ਜਦੋਂ ਪ੍ਰਮਾਤਮਾ ਨੇ ਇਹ ਜਗਤ ਦੀ ਖੇਡ ਫਿਰ ਰਚ ਦਿੱਤੀ, ਇਹਨੂੰ ਕੁਛ ਨਹੀਂ ਸੀ। ਫਿਰ ਜਦੋਂ ਉਹਨੇ ਜਗਤ ਦੀ ਇਸ ਖੇਡ ਨੂੰ, ਇਸ ਪ੍ਰਪੰਚ ਨੂੰ ਰਚਿਆ, ਬਣਾਇਆ, ਸਾਜਿਆ, ਤੇ ਜਪਜੀ ਸਾਹਿਬ ਵਿੱਚ ਪਤਾ ਗੁਰੂ ਸਾਹਿਬ ਕੀ ਕਹਿੰਦੇ ਨੇ? ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਵਿੱਚ ਆਖਿਆ, ਕਹਿੰਦੇ ਭਾਈ ਕੀਤਾ ਪਸਾਉ ਏਕੋ ਕਵਾਉ। ਇੱਕ ਵਾਰ ਪਰਮਾਤਮਾ ਬੋਲਿਆ, ਉਹਦਾ ਇੱਕ ਸ਼ਬਦ, ਇੱਕ ਹੁਕਮ, ਤੇ ਇਹ ਸਾਰਾ ਪਸਾਰਾ ਜਿਹੜਾ ਹੋ ਗਿਆ, ਸਭ ਕੁਝ ਬਣ ਗਿਆ। ਕਿਹੜਾ ਪਸਾਰਾ? ਜਹ ਆਪ ਰਚਿਓ ਪਰਪੰਚ ਆਕਾਰ। ਜਦੋਂ ਉਸ ਪਰਮਾਤਮਾ ਨੇ ਇਹ ਸਾਰੀ ਜਗਤ ਦੀ ਖੇਡ, ਇਹ ਆਕਾਰ ਰਚ ਦਿੱਤਾ, ਜਗਤ ਰਚ ਦਿੱਤਾ, ਤੇ ਉਹ ਗੁਣ ਮਹਿ ਕੀਨੋ ਵਿਸਥਾਰ। ਫਿਰ ਉਸ ਪਰਮਾਤਮਾ ਨੇ ਤੇ ਗੁਣ ਮਾਇਆ ਦੇ ਤਿੰਨਾਂ ਗੁਣਾਂ ਦਾ ਵੀ ਵਿਸਥਾਰ ਕਰ ਦਿੱਤਾ, ਖਿਲਾਰਾ ਕਰ ਦਿੱਤਾ। ਭਾਵ ਜਗਤ ਬਣਾਇਆ, ਤੇ ਜਗਤ ਬਣਾਉਣ ਤੋਂ ਬਾਅਦ ਮਾਇਆ ਦੇ ਤਿੰਨੇ ਗੁਣ ਉਸ ਪਰਮਾਤਮਾ ਨੇ ਉਹਦੇ ਅੰਦਰ ਖਿਲਾਰ ਦਿੱਤੇ, ਪਾ ਦਿੱਤੇ। ਪਾਪ ਪੁੰਨ ਤਹ ਭਈ ਕਹਾਵਤ। ਵੇਖੋ, ਜੋ ਪਹਿਲਾਂ ਜਿਨ੍ਹਾਂ ਦਾ ਜ਼ਿਕਰ ਕੀਤਾ ਸੀ ਨਾ, ਕੁਝ ਵੀ ਨਹੀਂ, ਕਹਿੰਦੇ ਫਿਰ ਉਹ ਪਾਪ ਤੇ ਪੁੰਨ ਦੀ ਗੱਲ ਵੀ ਚੱਲ ਪਈ। ਕਿੰਨੇ ਚਲਾਈ? ਜਹ ਆਪ ਰਚਿਓ। ਆਪ ਰਚਿਆ ਨਾ, ਵੇਖੋ ਆ ਜਿਹੜਾ ਹੈ ਆਪ ਰਚਿਓ, ਉਸ ਪ੍ਰਮਾਤਮਾ ਨੇ ਆਪ ਰਚਿਆ, ਤੇ ਫਿਰ ਉਹ ਜਿਹੜਾ ਪਾਪ ਪੁੰਨ ਦੀ ਗੱਲ ਚੱਲੀ, ਤੇ ਇਹਨੂੰ ਰਚਣ ਵਾਲਾ ਵੀ ਤੇ ਉਹ ਆਪ ਹੈ ਨਾ। ਪਾਪ ਪੁੰਨ ਤਹ ਭਈ ਕਹਾਵਤ। ਪਾਪ ਤੇ ਪੁੰਨ ਨੂੰ ਕਹਿਣ ਲੱਗ ਪਏ ਲੋਕ, ਕਹਾਵਤ ਗੱਲ ਚੱਲਣ ਲੱਗ ਪਈ। ਕੋ ਨਰਕ ਕੋ ਸੁਰਗ ਬੰਛਾਵਤ। ਬੰਛਾਵਤ ਦਾ ਅਰਥ ਹੈ ਇੱਛਾ, ਚਾਹੁਣ ਵਾਲਾ। ਫਿਰ ਕੋਈ ਨਰਕ ਮੰਗ ਰਿਹਾ ਹੈ, ਕੋ ਸੁਰਗ ਬੰਛਾਵਤ। ਵੈਸੇ ਨਰਕ ਤੇ ਮੰਗਣ ਵਾਲਾ ਕੋਈ ਨਹੀਂ ਤੁਹਾਨੂੰ ਦੱਸੇਗਾ, ਸਵਰਗ ਮੰਗਣ ਵਾਲੇ ਤੁਹਾਨੂੰ ਸਾਰੇ ਸਾਨੂੰ ਦਿਸਦੇ ਆ।
ਹਰ ਕੋਈ ਸਵਰਗ ਮੰਗ ਰਿਹਾ ਹੈ। ਅਸੀਂ ਸਵਰਗ ਤੇ ਮੰਗਦੇ ਹਾਂ, ਪਰ ਇਹ ਕਦੇ ਨਹੀਂ ਮੰਗਿਆ ਕਿ ਉਹ ਸਵਰਗ ਜਿਸ ਪ੍ਰਮਾਤਮਾ ਨੇ ਬਣਾਇਆ ਹੈ ਉਹਨੂੰ ਹੀ ਮੰਗ ਲਈਏ। ਇਹ ਕਦੇ ਨਹੀਂ ਸੋਚਿਆ ਕਿ ਉਹਨੂੰ ਮੰਗਣ ਦੇ ਨਾਲ ਹੀ ਉਸ ਵਾਹਿਗੁਰੂ, ਉਸ ਪ੍ਰਮਾਤਮਾ ਨੂੰ ਮੰਗਣ ਦੇ ਨਾਲ ਫਿਰ ਸਵਰਗ ਮੰਗਣ ਦੀ ਇੱਛਾ ਨਹੀਂ ਰਹਿ ਜਾਏਗੀ। ਤੇ ਗੁਰੂ ਸਾਹਿਬ ਇੱਕ ਐਗਜ਼ਾਮਪਲ ਦੇ ਰਹੇ ਨੇ ਕਿ ਉਦੋਂ ਫਿਰ ਕੋ ਨਰਕ ਕੋ ਸੁਰਗ ਪੰਛਾਵਤ। ਇਹ ਅਸਲ ਵਿੱਚ ਨਾ ਬਹੁਤ ਕਮਾਲ ਦੀ ਅਸ਼ਟਪਦੀ ਹੈ। ਵੈਸੇ ਤਾਂ ਸਾਰੀ ਬਾਣੀ ਹੀ ਬੜੀ ਆਨੰਦਮਈ ਹੈ, ਪਰ ਇਸ ਅਸ਼ਟਪਦੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਵੀ ਕੁਝ ਨਹੀਂ ਸੀ, ਨਾ ਪਾਪ ਨਾ ਪੁੰਨ ਨਾ ਨਰਕ ਨਾ ਸੁਰਗ ਨਾ ਹਉਮੈ ਨਾ ਦੁੱਖ ਨਾ ਸੁਖ। ਇਹ ਸਭ ਕੁਝ ਆਇਆ ਨਾ ਵੀ ਕੁਝ ਵੀ ਨਹੀਂ ਸੀ, ਇਕੱਲਾ ਪ੍ਰਮਾਤਮਾ ਸੀ, ਉਹ ਵੀ ਆਪਣੇ ਆਪ 'ਚ ਆਪ ਹੀ ਸਮਾਇਆ ਪਿਆ ਸੀ। ਹੁਣ ਕੀ ਹੋਇਆ, ਸਤਵੇਂ ਬੰਦ ਵਿੱਚ ਉਸ ਪ੍ਰਮਾਤਮਾ ਨੇ ਕਹਿੰਦੇ ਜਗਤ ਦਾ ਇਹ ਆਕਾਰ ਕਰ ਦਿੱਤਾ, ਇਹਦੇ ਅੰਦਰ ਮਾਇਆ ਦੇ ਤਿੰਨੇ ਗੁਣ ਖਿਲਾਰ ਦਿੱਤੇ। ਫਿਰ ਪਾਪ ਪੁੰਨ ਦੀ ਗੱਲ ਵੀ ਚੱਲ ਪਈ, ਕੋਈ ਨਰਕ ਤੇ ਕੋਈ ਸੁਰਗ ਇਹ ਵੀ ਮੰਗਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ। ਫਿਰ ਕਹਿੰਦੇ ਆਲ ਜਾਲ ਮਾਇਆ ਜੰਜਾਲ। ਵੇਖੋ ਹੁਣ ਮਾਇਆ ਆਈ ਤੇ ਮਾਇਆ ਨੇ ਆਪਣੇ ਜੰਜਾਲ ਵੀ ਪਾ ਦਿੱਤੇ, ਮਾਇਆ ਦੇ ਬੰਧਨ ਪੈ ਗਏ, ਧੀਆਂ ਪੁੱਤਰਾਂ ਵਿੱਚ ਪਿਆਰ ਪੈ ਗਿਆ। ਇਹ ਮੇਰਾ ਨਹੀਂ ਹੈ, ਜੋ ਮੇਰਾ ਹੈ ਉਹਦਾ ਮੈਂ ਖਿਆਲ ਰੱਖਣਾ ਹੈ, ਮੈਂ ਧਿਆਨ ਰੱਖਣਾ ਹੈ ਉਹਦਾ। ਇਹ ਮਾਇਆ ਦਾ ਭਰਮ ਹੈ ਜਿਹੜਾ ਪੈ ਗਿਆ। ਹਉਮੈ ਮੋਹ ਭਰਮ ਪੈ ਪਾਰ, ਹਉਮੈ ਆ ਗਈ। ਵਾਹਿਗੁਰੂ ਆਲ ਜਾਲ ਮਾਇਆ ਜੰਜਾਲ। ਫਿਰ ਮਾਇਆ ਦਾ ਜੰਜਾਲ ਜਿਹੜਾ ਉਹ ਇਸ ਕਾਇਨਾਤ ਨੂੰ ਜੋ ਉਹਨੇ ਸਾਜਿਆ ਉਹਨੇ ਆਪ ਪਾ ਦਿੱਤਾ ਇਹਨੂੰ। ਹਉਮੈ ਮੋਹ ਭਰਮ ਪੈ ਭਾਰ। ਫਿਰ ਕੀ ਹੋਇਆ, ਹਉਮੈ ਹੰਕਾਰ ਮੋਹ ਭਰਮ ਭੁਲੇਖਾ ਭੈ ਡਰ। ਦੇਖੋ ਚਾਰ ਇਹਦੇ ਵਿੱਚ ਸ਼ਬਦ ਆਏ ਨੇ। ਇੱਕ ਮੇਰੇ ਪਾਤਸ਼ਾਹ ਨੇ ਹਉਮੈ ਆਖਿਆ, ਇੱਕ ਮੋਹ ਆਖਿਆ, ਇੱਕ ਭਰਮ ਹੈ ਤੇ ਇੱਕ ਭੈ ਹੈ। ਕਹਿੰਦੇ ਉਸ ਪ੍ਰਮਾਤਮਾ ਨੇ ਫਿਰ ਇਸੇ ਜਿਹਨੂੰ ਸਾਜਿਆ ਨਾ, ਵੇਖੋ ਜਿਹੜਾ ਆਪ ਉਹਨੇ ਸਾਜਿਆ ਹੈ, ਆਪ ਰਚਿਓ ਹੈ ਨਾ, ਜਿਹੜਾ ਜਿਹਦੇ ਦੁਆਲੇ ਕਰਜ਼ਲ ਘੁੰਮ ਰਿਹਾ, ਦੇਖੋ ਜਿਹੜਾ ਆਪ ਉਹਨੇ ਰਚਿਆ ਹੈ ਨਾ, ਉਹਦੇ ਅੰਦਰ ਉਹਨੇ ਹਉਮੈ ਇਹ ਵੀ ਪਾ ਦਿੱਤੀ, ਮੋਹ ਵੀ ਪਾ ਦਿੱਤਾ, ਭਰਮ ਵੀ ਪਾ ਦਿੱਤਾ ਤੇ ਭੈ ਵੀ ਪਾ ਦਿੱਤਾ। ਹਉਮੈ ਵੇਖੋ ਜੀਵ ਅੰਦਰ ਹੈ ਨਾ, ਹਉਮੈ ਵੀ ਹੈ, ਮੋਹ ਵੀ ਹੈ, ਭਰਮ ਵੀ ਹੈ, ਸਾਡੇ ਅੰਦਰ ਭੈ ਵੀ ਹੈ। ਇਹ ਸਾਰਾ ਕੁਝ ਭਾਰ ਬੰਨ ਕੇ ਉਹਨੇ ਇਨਸਾਨ ਤੇ ਜੀਵਾਂ ਦੇ ਉੱਪਰ ਪਾ ਦਿੱਤਾ। ਦੁੱਖ ਸੁੱਖ ਮਾਨ ਅਪਮਾਨ। ਫਿਰ ਇਨਸਾਨ ਦੇ ਅੰਦਰ ਇਹ ਵੀ ਉਹਨੇ ਫੈਲਾ ਦਿੱਤੇ, ਪਾ ਦਿੱਤੇ ਕਿ ਦੁੱਖ ਸਮਝ ਆਉਣ ਲੱਗ ਪਈ ਵੀ ਦੁੱਖ ਕੀ ਹੈ, ਸੁੱਖ ਕੀ ਹੈ, ਮਾਨ ਕੀ ਹੈ, ਅਪਮਾਨ ਕੀ ਹੈ। ਮਾਨ ਦਾ ਅਰਥ ਹੈ ਇੱਜ਼ਤ, ਅਪਮਾਨ ਦਾ ਅਰਥ ਹੈ ਬੇਇੱਜ਼ਤੀ। ਇਹ ਵੀ ਉਹਨੇ ਖਿਲਾਰ ਦਿੱਤਾ। ਇਹ ਮਾਇਆ ਦਾ ਜੰਜਾਲ ਹੈ। ਆ ਜਿਹੜਾ ਨਾ ਮਾਇਆ ਜੰਜਾਲ, ਇਹ ਹਉਮੈ ਮੋਹ ਭਰਮ ਭੈ ਦੁੱਖ ਸੁੱਖ ਮਾਨ ਅਪਮਾਨ, ਇਹ ਸਭ ਕੁਝ ਮਾਇਆ ਦਾ ਜੰਜਾਲ ਹੈ ਜਿਹੜਾ ਪ੍ਰਮਾਤਮਾ ਨੇ ਇਸ ਵਾਹਿਗੁਰੂ ਇਸ ਸੰਸਾਰ ਦੇ ਉੱਪਰ ਫੈਲਾ ਦਿੱਤਾ ਰਚ ਕੇ ਆਪ। ਫਿਰ ਕਹਿੰਦੇ ਅਨੇਕ ਪ੍ਰਕਾਰ ਕੀਓ ਬਖਿਆਨ। ਫਿਰ ਅਨੇਕ ਪ੍ਰਕਾਰ ਬੜੇ ਤਰ੍ਹਾਂ ਦੀਆਂ ਦੇ ਬਖਿਆਨ ਲੋਕ ਕਰਨ ਲੱਗ ਪਏ ਕਿ ਹਾਂ ਜੀ ਆ ਦੁੱਖ ਹੈ, ਸੁੱਖ ਹੈ, ਮਾਨ ਹੈ, ਅਪਮਾਨ ਹੈ, ਸਵਰਗ ਹੈ, ਨਰਕ ਹੈ, ਪਾਪ ਹੈ, ਪੁੰਨ ਹੈ। ਇਹ ਸਭ ਗੱਲਾਂ ਚੱਲ ਪਈਆਂ, ਅਨੇਕ ਪ੍ਰਕਾਰ ਕੀਓ ਬਖਿਆਨ। ਤੇ ਵੇਖੋ ਹੁਣ ਕਿੱਡੀ ਕਮਾਲ ਦੀ ਗੱਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਕਹੀਏ। ਕਹਿੰਦੇ ਆਪਨ ਖੇਲ ਆਪ ਕਰ ਦੇਖੈ। ਆਪੇ ਆਪਨ ਖੇਲ, ਆਪਣੀ ਖੇਡ ਜਿਹੜੀ ਉਹਨੇ ਬਣਾਈ, ਜਿਸ ਖੇਡ ਵਿੱਚ ਦੁੱਖ ਸੁੱਖ ਮਾਨ ਅਪਮਾਨ ਨਰਕ ਸਵਰਗ ਡਰ ਭੈ ਹਉਮੈ ਹੰਕਾਰ ਸਭ ਕੁਝ ਰੱਖ ਦਿੱਤਾ ਉਹਨੇ। ਆਪਣੀ ਬਣਾਈ ਖੇਡ ਆਪ ਕਰ ਦੇਖੈ, ਆਪ ਹੀ ਬਣਾ ਕੇ ਉਹਨੂੰ ਦੇਖ ਰਿਹਾ ਹੈ, ਬੜੀ ਚੰਗੀ ਤਰ੍ਹਾਂ ਦੇਖ ਰਿਹਾ। ਇਹਨੂੰ ਆਪਣ ਖੇਲ ਦਾ ਅਰਥ ਇੱਥੇ ਵਿਦਵਾਨਾਂ ਨੇ ਤਮਾਸ਼ਾ ਕੀਤਾ ਹੈ। ਇਹ ਤਮਾਸ਼ਾ ਪ੍ਰਮਾਤਮਾ ਨੇ ਰਚਿਆ ਹੈ, ਖੇਡ ਰਚੀ ਪ੍ਰਮਾਤਮਾ ਨੇ। ਇਹ ਖੇਡ ਰਚਣ ਤੋਂ ਬਾਅਦ ਉਹ ਵਾਹਿਗੁਰੂ ਪ੍ਰਮਾਤਮਾ ਇਹਨੂੰ ਆਪ ਦੇਖ ਵੀ ਰਿਹਾ ਹੈ। ਆਪਨ ਖੇਲ ਆਪ ਕਰ ਦੇਖੈ। ਕਹਿੰਦੇ ਖੇਲ ਸੰਕੋਚੈ ਤਉ ਨਾਨਕ ਏਕੈ। ਹੁਣ ਆਹ ਜਿਹੜੀ ਗੱਲ ਹੈ ਨਾ, ਇਹਦੇ ਤੇ ਰੁਕ ਕੇ ਆਪਾਂ ਥੋੜੀ ਜਿਹੀ ਗੱਲ ਕਰਨੀ ਹੈ ਇਸ ਚੀਜ਼ ਤੇ। ਹੁਣ ਆਪਣੀ ਖੇਡ ਉਹਨੇ ਰਚ ਤੇ ਦਿੱਤੀ ਹੈ, ਸਾਰੀ ਕਾਇਨਾਤ ਸਾਰਾ ਸੰਸਾਰ ਉਸ ਪ੍ਰਮਾਤਮਾ ਨੇ ਰਚ ਦਿੱਤਾ। ਵਾਹਿਗੁਰੂ ਵਾਹਿਗੁਰੂ ਹਾਂਜੀ, ਇਹ ਆਪਣੀ ਖੇਡ ਉਹਨੇ ਰਚ ਤੇ ਦਿੱਤੀ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਪਰ ਇਹ ਨਾ ਸਮਝਿਓ
ਉਹਨੇ ਇਹ ਖੇਡ ਆ ਜਿਹੜੀ ਰਚੀ ਹੈ ਨਾ ਵੀ ਇਹ ਚੱਲਦੀ ਰਹੇਗੀ, ਇਨਸਾਨ ਸੰਸਾਰ ਖੇਡਦਾ ਰਹੇਗਾ, ਨਹੀਂ। ਜਦੋਂ ਉਹਦਾ ਜੀ ਕਰਦਾ ਨਾ ਫਿਰ ਉਹ ਖੇਲ ਸੰਕੋਚਾ ਹੈ, ਖੇਲ ਨੂੰ ਸੰਕੋਚ ਵੀ ਲੈਂਦਾ ਹੈ। ਆ ਸੰਕੋਚਾ ਸ਼ਬਦ ਬੜਾ ਵੱਡਾ ਹੈ, ਬੜੇ ਮਾਇਨੇ ਰੱਖਦਾ ਹੈ ਸੰਕੋਚਾ ਸ਼ਬਦ। ਖੇਲ ਸੰਕੋਚਾ, ਜਦੋਂ ਸੰਕੋਚ ਲੈਂਦਾ ਹੈ ਖੇਡ ਨੂੰ, ਜਦੋਂ ਇਸ ਖੇਡ ਨੂੰ ਸਮੇਟ ਲੈਂਦਾ ਹੈ ਉਹ ਆਪ। ਜਿਵੇਂ ਬੱਚੇ ਖੇਡਦੇ ਨੇ ਤੇ ਖੇਡਦੇ ਖੇਡਦੇ ਉਸ ਖੇਡ ਨੂੰ ਸਮੇਟ ਕੇ ਸਾਰਾ ਕੁਝ ਚੱਕ ਕੇ ਦੌੜ ਜਾਂਦੇ ਨੇ, ਖੇਡ ਖਤਮ ਹੋ ਗਈ। ਤੇ ਪ੍ਰਮਾਤਮਾ ਕੀ ਕਰਦਾ ਹੈ, ਜਿਹੜੀ ਉਹਨੇ ਸਾਰੀ ਖੇਡ ਰਚੀ ਹੈ ਨਾ ਆ ਵਾਲੀ, ਉਹਨੂੰ ਫਿਰ ਇੱਕੋ ਦਮ ਸੰਕੋਚ ਵੀ ਲੈਂਦਾ ਹੈ। ਸੰਕੋਚ ਦਾ ਅਰਥ ਸਭ ਕੁਝ ਖਤਮ ਵੀ ਕਰ ਦਿੰਦਾ, ਫਨਾਹ ਕਰ ਦਿੰਦਾ ਸਭ ਕੁਝ ਇੱਕ ਪਲ ਦੇ ਅੰਦਰ। ਜੇ ਇੱਕ ਪਲ ਦੇ ਅੰਦਰ ਉਹਦੇ ਵਿੱਚ ਸਾਜਣ ਦੀ ਹਿੰਮਤ ਹੈ ਨਾ, ਕੀਤਾ ਪਸਾਓ ਇੱਕੋ ਕਵਾਓ, ਤੇ ਫਿਰ ਇੱਕ ਗੱਲ ਯਾਦ ਰੱਖਿਓ, ਉਹਦੇ ਅੰਦਰ ਇਹ ਤਾਕਤ ਹੈ ਕਿ ਉਹ ਇੱਕ ਪਲ ਦੇ ਅੰਦਰ ਇਹ ਸਾਰੀ ਖੇਡ ਨੂੰ ਸੰਕੋਚ ਵੀ ਸਕਦਾ ਹੈ। ਇੱਕ ਪਲ ਦੇ ਅੰਦਰ ਉਹ ਸਾਰੀ ਖੇਡ ਨੂੰ ਨਾਸ਼ ਵੀ ਕਰ ਸਕਦਾ ਹੈ, ਇਹਨੂੰ ਮਤਲਬ ਖਤਮ ਕਰ ਸਕਦਾ ਹੈ। ਤੇ ਜਦੋਂ ਉਹ ਸੰਕੋਚਦਾ ਹੈ, ਫਿਰ ਵੇਖੋ ਧਿਆਨ ਨਾਲ, ਖੇਲ ਸੰਕੋਚਾ ਤਉ ਨਾਨਕ ਏਕੈ। ਜਿਹੜੀ ਗੱਲ ਤੋਂ ਸ਼ੁਰੂਆਤ ਕੀਤੀ ਸੀ, ਜਦੋਂ ਖੇਡ ਨੂੰ ਸੰਕੋਚ ਵੀ ਲੈਂਦਾ ਹੈ ਤੇ ਉਹ ਫਿਰ ਇੱਕ ਜਿਹੜਾ ਇਕੱਲਾ ਹੈ ਉਹ ਫਿਰ ਵੀ ਰਹਿੰਦਾ ਹੈ, ਉਹ ਖਤਮ ਨਹੀਂ ਹੁੰਦਾ, ਉਹ ਫਿਰ ਵੀ ਖਤਮ ਨਹੀਂ ਹੁੰਦਾ। ਇਹ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਤੇ ਸਮਝਣ ਵਾਲੀ ਗੱਲ ਵੀ ਹੈ। ਉਹ ਆ ਏਕੈ ਸ਼ਬਦ ਤੇ ਹੈ ਹੀ ਇੱਕ ਓੰਕਾਰ, ਪਰ ਉਹ ਖੇਡ ਉਹਨੇ ਰਚ ਦਿੱਤੀ, ਸੰਸਾਰ ਵਿੱਚ ਰਲ ਗਿਆ ਨਾਲ। ਫਿਰ ਇਹੋ ਜਿਹਾ ਸਮਾਂ ਆਇਆ, ਉਹਨੇ ਖੇਲ ਸੰਕੋਚ ਦਿੱਤੀ, ਤੇ ਫਿਰ ਤਾਂ ਉਹ ਨਾਨਕ ਇੱਕ ਹੈ, ਇਕੱਲਾ ਹੀ ਰਹਿ ਗਿਆ। ਫਿਰ ਉਹ ਇਕੱਲਾ ਸੀ, ਆਪਣੇ ਆਪ ਵਿੱਚ ਸਮਾਇਆ, ਫਿਰ ਆਪਣੇ ਆਪ ਵਿੱਚ ਸਮਾ ਗਿਆ। ਬਿਲਕੁਲ ਉਸੇ ਤਰ੍ਹਾਂ ਹੀ ਖੇਲ ਸੰਕੋਚਾ ਤੋ ਨਾਨਕ ਇੱਕ ਹੈ। ਇਹ ਕਈ ਵਾਰ ਬੜਾ ਆਨੰਦ ਆਉਂਦਾ ਹੈ ਇਹ ਸਾਰਾ ਕੁਝ ਪੜ੍ਹ ਕੇ। ਫਿਰ ਮੇਰੇ ਪਾਤਸ਼ਾਹ ਜੀ ਨੇ ਜਿਹੜੇ ਅਗਲੇ ਬੋਲ ਕਹੇ ਨੇ, ਵਾਹਿਗੁਰੂ ਕਹਿੰਦੇ, ਜਹ ਅਬਗਤ ਭਗਤ ਤਹ ਆਪ ਅਭਿਗਤ। ਅਭਿਗਤ ਦਾ ਅਰਥ ਹੈ ਅਦ੍ਰਿਸ਼ਟ। ਅਭਿਗਤ ਦਾ ਅਰਥ ਹੈ ਜਿਹੜਾ, ਵੈਸੇ ਇਹਦੇ ਕਈ ਅਰਥੇ ਕਰਦੇ ਨੇ ਜਿਹਦੀ ਗਤ ਨਹੀਂ ਪਾਈ ਜਾ ਸਕਦੀ। ਵੈਸੇ ਇੱਕ ਦਾ ਅਰਥ ਹੈ ਅਦ੍ਰਿਸ਼ਟ, ਜਿਹੜਾ ਨਜ਼ਰਾਂ ਵਿੱਚ ਨਹੀਂ, ਦ੍ਰਿਸ਼ਟੀ ਵਿੱਚ ਨਹੀਂ ਆਉਂਦਾ, ਜਿਹੜਾ ਨਜ਼ਰ ਨਹੀਂ ਆਉਂਦਾ। ਜਹ ਅਭਿਗਤ ਭਗਤ ਤਹ ਆਪ। ਜਿੱਥੇ ਅਦ੍ਰਿਸ਼ਟ ਪ੍ਰਭੂ ਹੈ ਉੱਥੇ ਉਸਦਾ ਭਗਤ ਹੈ, ਤੇ ਜਿੱਥੇ ਭਗਤ ਹੈ ਉੱਥੇ ਉਹ ਪ੍ਰਮਾਤਮਾ ਆਪ ਹੈ। ਤੇ ਹੁਣ ਵਡਿਆਈ ਕਰ ਰਹੇ ਨੇ ਕਿ ਜਿੱਥੇ ਭਗਤ ਵਸਦਾ ਹੈ ਨਾ ਉੱਥੇ ਪ੍ਰਮਾਤਮਾ ਆਪ ਵਸਦਾ। ਜਿੱਥੇ ਉਹਦੀ ਭਗਤੀ ਕਰਨ ਵਾਲਾ, ਉਹਦੀ ਉਸਤਤ ਕਰਨ ਵਾਲਾ, ਉਹਦੀ ਸਿਫਤ ਸਲਾਹ ਵਡਿਆਈ ਕਰਨ ਵਾਲਾ ਹੈ ਨਾ, ਕਹਿੰਦੇ ਉੱਥੇ ਪ੍ਰਮਾਤਮਾ ਆਪ ਵੀ ਹੈ। ਜਹ ਅਭਗਤ ਭਗਤ ਤਹ ਆਪ, ਜਹ ਪਸਰੈ ਪਾਸਾਰ। ਇਹਨੂੰ ਪਾਸਾਰ ਪੜ੍ਹਨਾ, ਵੇਖੋ ਪੱਪੇ ਨੂੰ ਵੀ ਕਰਨਾ ਹੈ, ਸੱਸੇ ਨੂੰ ਵੀ ਕਰਨਾ ਹੈ, ਤੇ ਰਾਰਾ ਔਂਕੜ ਰਾਰੇ ਨੂੰ। ਜਹ ਪਸਰੈ ਪਾਸਾਰ, ਇੱਥੇ ਵਿਸ਼ਰਾਮ ਹੈ। ਸੰਤ ਪ੍ਰਤਾਪ, ਕਹਿੰਦੇ ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ। ਜਹ ਪਸਰੈ ਪਾਸਾਰ, ਜਿੱਥੇ ਵੀ ਉਹ ਪਸਾਰਾ ਕਰ ਰਿਹਾ ਹੈ, ਕਿਸ ਵਾਸਤੇ ਕਰ ਰਿਹਾ ਹੈ? ਸੰਤ ਪ੍ਰਤਾਪ ਵਾਸਤੇ, ਆਪਣੀ ਬੰਦਗੀ ਕਰਨ ਵਾਲਿਆਂ ਦਾ ਪ੍ਰਤਾਪ ਕਰਨ ਦੇ ਵਾਸਤੇ। ਇਹ ਸੰਸਾਰ ਦਾ ਖਿਲਾਰਾ ਕਰ ਰਿਹਾ ਹੈ, ਸੰਸਾਰ ਬਣਾ ਰਿਹਾ ਹੈ, ਇਹਨੂੰ ਰਚ ਰਿਹਾ ਹੈ। ਦੂਹੂ ਪਾਖ ਕਾ ਆਪਹਿ ਧਨੀ। ਹੁਣ ਦੂਹੂ ਪਾਖ, ਦੋਹਾਂ ਪੱਖਾਂ ਦਾ। ਦੋ ਪੱਖ ਕਿਹੜੇ ਨੇ? ਇੱਕ ਪੱਖ ਸੰਸਾਰ ਨੂੰ ਰਚਣ ਤੋਂ ਬਾਅਦ ਦੀ ਗੱਲ ਹੈ। ਇੱਕ ਪੱਖ ਹੈ ਕਿ ਉਹਨੇ ਸੰਸਾਰ ਰਚ ਕੇ ਦੇ ਅੰਦਰ ਮਾਇਆ ਦਾ ਖਿਲਾਰਾ ਖਿਲਾਰ ਦਿੱਤਾ, ਮਾਇਆ ਦਾ ਜੰਜਾਲ ਪਾ ਦਿੱਤਾ। ਦੋਹੂ ਪਾਖ ਕਿਹੜਾ ਹੈ? ਇੱਕ ਪੱਖ ਹੈ ਮਾਇਆ, ਇੱਕ ਪੱਖ ਹੈ ਆ ਜਿਹੜਾ ਉੱਪਰ ਆਇਆ ਸੰਤ ਪ੍ਰਤਾਪ। ਦੋ ਪੱਖ ਨੇ। ਕਹਿੰਦੇ ਦੂਹੂ ਪਾਖ ਕਾ ਆਪਹਿ ਧਨੀ। ਇਹਨਾਂ ਦੋਹਾਂ ਪੱਖਾਂ ਦਾ ਧਨੀ ਮਾਲਕ ਪਰਮਾਤਮਾ ਆਪ ਹੈ। ਦੋਹਾਂ ਪੱਖਾਂ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ, ਮਾਇਆ ਦਾ ਜੰਜਾਲ ਪਾਉਣ ਵਾਲਾ ਵੀ ਆਪ, ਤੇ ਸੰਤਾਂ ਦਾ ਪ੍ਰਤਾਪ ਜਿਹੜਾ ਹੈ, ਬੰਦਗੀ ਕਰਨ ਵਾਲਿਆਂ ਦੀ ਵਡਿਆਈ ਕਰਾਉਣ ਵਾਲਾ ਵੀ ਉਹ ਪਰਮਾਤਮਾ ਆਪ ਹੈ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ, ਉਹ ਵਡਿਆਈ ਕਰਾਉਂਦਾ ਹੈ। ਇਹ ਸੱਚਾਈ ਹੈ। ਅਬ ਵੇਖੋ, ਜਦੋਂ ਪੜ੍ਹਦੇ ਆ ਨਾ ਬਾਣੀ ਦੇ ਬਚਨ, ਤੇ ਬਾਣੀ ਵਿੱਚ ਵਾਰ-ਵਾਰ ਇਹ ਜ਼ਿਕਰ ਆਇਆ ਕਿ ਸੰਤਾਂ ਦਾ ਪ੍ਰਤਾਪ ਪ੍ਰਮਾਤਮਾ ਕਰਾਉਂਦਾ ਹੈ। ਦੂਹੂ ਪਾਖ ਕਾ ਆਪੈ ਧਨੀ, ਮਾਇਆ ਵਾਲਾ ਪੱਖ ਤੇ ਪ੍ਰਤਾਪ ਸੰਤਾਂ ਵਾਲਾ।
इन्हां दोनों का मालक, दोनों नूं रचन वाला आप है। उनकी शोभा उन्हों बनी। कहते परमात्मा उनकी, परमात्मा की शोभा उन्हों बनी, परमात्मा नूं ही फपदी है। परमात्मा की शोभा परमात्मा ही है, कोई होर नहीं, उहदे समान कोई नहीं है ना। उनकी वेखो, उन ते उन्हों, उन परमात्मा, उन्हों परमात्मा, उनकी शोभा परमात्मा की शोभा उन्हों बनी, परमात्मा नूं ही बनी। बनी का अर्थ है फपदी है, ये शोभा परमात्मा नूं ही फपदी है। कहते आपे कौतक करे आनंद चोज। वो परमात्मा जिहड़ा ना सारे कौतक आप कर रहा है, रंग तमाशे उहदे अपने हैं। आपे कौतक करे आनंद चोज, ये आनंद भी विच कर रहा है ते चोज तमाशे भी कर रहा है। आपे साजदा है, कौतक करता है, आनंद कर रहा है, चोज तमाशे सारे आपे कर रहा है। आपे रस भोगन निर्जोग। हुण सारे जिहड़े रस ने ना, वो आप ही भोगदा भी पिया है, भोगण वाला वो आप है। ਤੇ ਜਿਹੜਾ ਨਿਰਜੋਗ ਸ਼ਬਦ ਹੈ ਨਾ, ਵੇਖੋ ਕਿੰਨੀ ਕਮਾਲ ਗੁਰੂ ਸਾਹਿਬ ਨੇ ਕੀਤੀ। ਕਹਿੰਦੇ ਆਪੇ ਰਸ ਭੋਗਣ, ਆਪੇ ਹੀ ਸਾਰੇ ਰਸ ਭੋਗ ਰਿਹਾ ਹੈ, ਤੇ ਨਿਰਜੋਗ ਇਹਨਾਂ ਸਾਰੇ ਰਸਾਂ ਤੋਂ ਬਾਹਰ ਵੀ ਉਹ ਆਪ ਹੈ, ਭੋਗ ਵੀ ਰਿਹਾ ਹੈ ਤੇ ਭੋਗਾਂ ਤੋਂ ਬਾਹਰ ਵੀ ਹੈ। ਜਦੋਂ ਸਾਡੇ ਅੰਦਰ ਬੈਠਾ ਹੈ ਭੋਗ ਰਿਹਾ ਹੈ, ਜਦੋਂ ਉਹ ਸਾਡੇ ਤੋਂ ਬਾਹਰ ਹੈ, ਸਰਗੁਣ ਹੈ, ਨਿਰਗੁਣ ਹੈ, ਫਿਰ ਦੋਵਾਂ ਦਾ ਪੱਖ ਰੱਖ ਦਿੱਤਾ। ਭੋਗ ਵੀ ਰਿਹਾ ਹੈ, ਨਿਰਜੋਗ ਵੀ ਇਹਨਾਂ ਤੋਂ ਬਾਹਰ ਵੀ ਹੈ। ਜਿਸ ਭਾਵੈ ਤਿਸ ਆਪਨ ਨਾਇ ਲਾਵੈ। ਕਹਿੰਦੇ ਜੋ ਉਸ ਪਰਮਾਤਮਾ ਨੂੰ ਭਾ ਜਾਂਦਾ ਹੈ ਨਾ, ਜਿਸ ਭਾਵੈ, ਜੋ ਉਹਨੂੰ ਭਾ ਜਾਂਦਾ ਹੈ, ਤਿਸ ਆਪਨ ਨਾਇ ਲਾਵੈ। ਕਹਿੰਦੇ ਉਹਨੂੰ ਆਪਣੇ ਨਾਮ ਨਾਲ ਜੋੜ ਲੈਂਦਾ ਹੈ, ਉਹਨੂੰ ਆਪਣੀ ਬੰਦਗੀ ਵਾਲੇ ਪਾਸੇ ਲੈ ਜਾਂਦਾ ਹੈ। ਆਪਨ ਨਾਇ ਲਾਵੈ, ਨਾਇ ਨਾਮ ਨਾਲ, ਉਸਨੂੰ ਆਪਣੇ ਨਾਮ ਨਾਲ ਜੋੜਦਾ ਹੈ, ਉਸਨੂੰ ਆਪਣੀ ਬੰਦਗੀ ਵਾਲੇ ਪਾਸੇ ਲੈ ਜਾਂਦਾ ਹੈ। ਕਿਹਨੂੰ? ਜਿਸ ਭਾਵੈ, ਜਿਹਨੂੰ, ਜਿਹੜਾ ਉਹਨੂੰ ਭਾ ਗਿਆ। ਜਿਸ ਭਾਵੈ ਤਿਸ ਖੇਲ ਖਿਲਾਵੈ। ਆਹ ਬੜੀ ਕਮਾਲ ਗੁਰੂ ਸਾਹਿਬ ਨੇ ਕੀਤੀ। ਜਿਹੜਾ ਤੇ ਉਹਨੂੰ ਜਿਸ ਭਾਵੈ, ਇੱਕ ਜਿਹਨੂੰ, ਜਿਹੜਾ ਉਹਨੂੰ ਭਾਉਂਦਾ ਹੈ, ਉਹਨੂੰ ਆਪਣੇ ਨਾਮ ਨਾਲ ਲਾ ਲੈਂਦਾ ਹੈ। ਜਿਸ ਭਾਵੈ ਤਿਸ ਖੇਲ ਖਿਲਾਵੈ। ਤੇ ਫਿਰ ਇੱਕ ਉਹ ਵੀ ਜਿਹੜਾ ਉਹਨੂੰ ਭਾ ਗਿਆ, ਉਹਨੂੰ ਖੇਡਾਂ ਵਿੱਚ ਵੀ ਖਿਲਾਉਣ ਲੱਗ ਪੈਂਦਾ, ਜਿਹਨਾਂ ਮਾਇਆ ਦੀਆਂ ਖੇਡਾਂ ਵਿੱਚ ਵੀ, ਉਹਨੂੰ ਮਾਇਆ ਦੀਆਂ ਖੇਡਾਂ ਵਿੱਚ ਖੇਡਣ ਲਾ ਦਿੰਦਾ। ਜਿਸ ਭਾਵੈ ਤਿਸ ਆਪਨ ਨਾਲ ਲਾਏ। ਉਹਦੀ ਮਰਜ਼ੀ ਹੈ ਕਿਹਨੂੰ ਉਹਨੇ ਆਪਣੇ ਨਾਮ ਨਾਲ ਜੋੜਨਾ, ਇਹ ਉਹਦੀ ਮਰਜ਼ੀ ਹੈ ਕਿਹਨੂੰ ਸੰਸਾਰ ਦੀਆਂ ਖੇਡਾਂ ਵਿੱਚ ਉਹਨੇ ਲਾ ਦੇਣਾ, ਜਗਤ ਤਮਾਸ਼ੇ ਵਿੱਚ ਗਲਤਾਨ ਕਿਹਨੂੰ ਕਰ ਦੇਣਾ। ਇਹ ਉਹਦੀ ਹੀ ਬਖਸ਼ਿਸ਼ ਹੈ, ਉਹਦੀ ਹੀ ਰਹਿਮਤ ਹੈ। ਇਹ ਸਮਝ ਤੋਂ ਗੱਲ ਪਰੇ ਹੈ। ਤਾਂ ਹੀ ਗੁਰੂ ਸਾਹਿਬ ਨੇ ਗੱਲ ਕਹੀ ਹੈ ਨਾ ਕਿ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਚੈ ਸਦ ਨਮਸਕਾਰਾ। ਪਤਾ ਨਹੀਂ ਨਾ ਉਹਨੇ ਕਿਹਨੂੰ ਕਿਸ ਪਾਸੇ ਲਾ ਦੇਣਾ। ਜਿਹਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ, ਜਿਸ ਠਾਕੁਰ ਸਿਓ ਨਾਹੀ ਚਾਰਾ ਦਾ ਅਰਥ, ਜਿਹਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ, ਉਹਨੂੰ ਨਾ ਹੱਥ ਜੋੜ ਕੇ ਨਮਸਕਾਰ ਕਰਨੀ ਹੀ ਚੰਗੀ ਹੈ। ਜਿਸ ਭਾਵੈ ਤਿਸ ਆਪਨ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਫਿਰ ਕਹਿੰਦੇ ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਵੇਖੋ ਇਹ ਉਸੇ ਪਰਮਾਤਮਾ ਦੇ ਲਿਖਾਇਕ ਨੇ, ਬੇਸ਼ੁਮਾਰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਬੇਸ਼ੁਮਾਰ, ਬੇਅੰਤ, ਅਥਾਹ, ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ। ਅਗਣਤ, ਅਤੁਲੈ, ਅਤੁਲੈ ਅਡੋਲ, ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਇੱਥੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪਰਮਾਤਮਾ ਦੀ ਉਸਤਤ ਵਡਿਆਈ ਕਰ ਰਹੇ ਨੇ। ਉਹਨੂੰ ਕਹਿ ਰਹੇ ਨੇ, ਇਹ ਬੇਸ਼ੁਮਾਰ, ਇਹ ਅਥਾਹ, ਅਗਣਤ, ਅਤੁਲੈ ਅਡੋਲ ਪਰਮਾਤਮਾ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਕਹਿੰਦੇ ਜਿਵੇਂ ਤੂੰ ਮੈਨੂੰ ਬੁਲਾਉਣਾ ਹੈ ਨਾ, ਤਿਵੇਂ ਤੇਰਾ ਇਹ ਦਾਸ, ਪਰਮਾਤਮਾ ਨੂੰ ਕਹਿ ਰਹੇ ਨੇ, ਜਿਵੇਂ ਤੂੰ ਬੁਲਾਉਣਾ ਹੈ ਤਿਵੇਂ ਤੇਰਾ ਇਹ ਦਾਸ ਨਾਨਕ, ਨਾਨਕ ਦਾ ਭਾਵ ਹੈ ਗੁਰੂ ਅਰਜਨ ਦੇਵ ਆਪਣੇ ਆਪ ਨੂੰ ਕਹਿ ਰਹੇ ਨੇ, ਤਿਵੇਂ ਇਹ ਪਰਮਾਤਮਾ ਤੇਰਾ ਇਹ ਦਾਸ ਬੋਲਦਾ ਹੈ, ਜਿਵੇਂ ਤੂੰ ਬੁਲਾਉਣਾ ਹੈ। ਨਹੀਂ ਤੇ ਮੇਰੇ ਅੰਦਰ ਬੋਲਣ ਦੀ ਸਮਰੱਥਾ ਜਿਹੜੀ ਉਹ ਨਹੀਂ ਹੈ। ਕਹਿਣ ਦਾ ਭਾਵ ਹੈ ਜਿਹੜੀ ਉੱਪਰ ਇਹਨਾਂ ਸਾਰੇ ਬੰਦਾਂ ਦੇ ਅੰਦਰ ਕਹਿੰਦੇ ਵਡਿਆਈ ਕੀਤੀ ਹੈ ਨਾ, ਦੱਸਿਆ ਉਹ ਪਰਮਾਤਮਾ ਕਿਸ ਤਰ੍ਹਾਂ ਜਦੋਂ ਕੁਝ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂਕਾਰਾ ਦੀ ਅਵਸਥਾ ਸੀ, ਜਦੋਂ ਉਹ ਸੁਨ ਸਮਾਧੀ 'ਚ ਆਪ ਹੀ ਬੈਠਾ ਸੀ, ਜਦੋਂ ਕੁਝ ਵੀ ਮੌਜੂਦ ਨਹੀਂ ਸੀ, ਜਦੋਂ ਉਹ ਆਪ, ਉਹ ਵੀ ਆਪਣੇ ਆਪ ਦੇ ਅੰਦਰ ਸਮਾਇਆ ਹੋਇਆ ਸੀ। ਫਿਰ ਦੱਸਿਆ ਕਿ ਜਦੋਂ ਉਸ ਪਰਮਾਤਮਾ ਨੇ ਸਾਰਾ ਆਕਾਰ ਕੀਤਾ, ਜਿਹਾ ਆਪ ਰਚਿਓ ਪ੍ਰਪੰਚ ਆਕਾਰ, ਫਿਰ ਉਹਨੇ ਆਪਣੀ ਮਰਜ਼ੀ ਨਾਲ ਮਾਇਆ ਖਿਲਾਰੀ, ਪਾਪ ਪੁੰਨ ਨਰਕ ਸੁਰਗ, ਮਾਇਆ ਦੇ ਜੰਜਾਲ, ਹਉਮੈ ਮੋਹ ਭਰਮ ਭੈ, ਦੁੱਖ ਸੁਖ ਮਾਨ ਅਪਮਾਨ,
ਇਹ ਸਾਰਾ ਕੁਝ ਕਹਿੰਦੇ ਉਸ ਪ੍ਰਮਾਤਮਾ ਨੇ ਜਿਹੜਾ ਉਹ ਆਪ ਫੈਲਾ ਦਿੱਤਾ। ਇਹਦਾ ਪਸਾਰਾ ਕਰਨ ਵਾਲਾ ਵੀ ਆਪ ਹੈ, ਪਰ ਆਪਣੀ ਖੇਡ ਨੂੰ ਉਹ ਆਪ ਹੀ ਦੇਖਦਾ ਪਿਆ ਹੈ। ਖੇਡ ਖਿਲਾਰ ਕੇ ਨਾ ਉਹ ਵੇਖ ਰਿਹਾ ਫਿਰ ਇਹਨੂੰ, ਤੇ ਫਿਰ ਜਦੋਂ ਉਹਦਾ ਦਿਲ ਕਰਦਾ ਇਸ ਖੇਡ ਨੂੰ ਸੰਕੋਚ ਵੀ ਦਿੰਦਾ ਹੈ, ਖਤਮ ਵੀ ਕਰ ਦਿੰਦਾ, ਫਨਾਹ ਕਰ ਦਿੰਦਾ ਇੱਕ ਪਲ ਦੇ ਅੰਦਰ ਸਾਰਾ ਕੁਝ। ਕਹਿੰਦੇ ਉਹ ਪ੍ਰਮਾਤਮਾ ਆਪ ਹੀ ਹੈ ਜਿਹੜਾ ਭਗਤਾਂ ਦਾ ਪ੍ਰਤਾਪ ਕਰਾਉਣ ਵਾਲਾ, ਸੰਤਾਂ ਦਾ ਪ੍ਰਤਾਪ ਕਰਾਉਣ ਵਾਲਾ ਹੈ, ਦੋਵਾਂ ਪੱਖਾਂ ਨੂੰ ਰੱਖਣ ਵਾਲਾ ਵੀ ਆਪ ਹੈ। ਸਾਰੇ ਕੌਤਕ ਆਨੰਦ ਚੋਜ ਆਪ ਹੀ ਕਰ ਰਿਹਾ ਹੈ, ਰਸ ਭੋਗ ਵੀ ਰਿਹਾ ਹੈ, ਰਸਾਂ ਤੋਂ ਨਿਰਜੋਗ ਵੀ ਹੈ। ਜੋ ਉਹਨੂੰ ਚੰਗਾ ਲੱਗਦਾ ਹੈ ਉਹਨੂੰ ਆਪਣੇ ਨਾਮ ਨਾਲ ਲਾ ਲੈਂਦਾ ਹੈ, ਜਿਹੜਾ ਚੰਗਾ ਲੱਗਦਾ ਉਹਨੂੰ ਇਹਨਾਂ ਖੇਡਾਂ ਵਿੱਚ ਖਿਡਾਉਣ ਲੱਗ ਪੈਂਦਾ, ਮਾਇਆ ਦੀਆਂ ਖੇਡਾਂ ਵਿੱਚ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬੇਸ਼ੁਮਾਰ ਐ ਬੇਸ਼ੁਮਾਰ ਅਥਾ ਅਗਣਤ ਅਡੋਲ ਪ੍ਰਮਾਤਮਾ, ਜਿਉਂ ਬੁਲਾਵੋ ਜਿਵੇਂ ਤੂੰ ਮੈਨੂੰ ਬੁਲਾ ਰਿਹਾ ਹੈ ਨਾ, ਤਿਉਂ ਨਾਨਕ ਦਾਸ ਬੋਲਾ। ਤਿਵੇਂ ਤੇਰਾ ਇਹ ਦਾਸ ਜਿਹੜਾ ਨਾ, ਵੇਖੋ ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ ਹਮੇਸ਼ਾ ਦਾਸ ਹੀ ਕਿਹਾ ਹੈ। ਗੁਰੂ ਨਾਨਕ ਸਾਹਿਬ ਨੇ ਤੇ ਆਪਣੇ ਆਪ ਨੂੰ ਨਾਨਕ ਨੀਚ ਕਹੇ ਵਿਚਾਰ ਵੀ ਕਹਿ ਦਿੱਤਾ। ਪੰਜਵੇਂ ਪਾਤਸ਼ਾਹ ਆਪਣੇ ਆਪ ਨੂੰ ਦਾਸ ਕਹਿ ਰਹੇ ਨੇ ਇੱਥੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੀ ਆਪਣੇ ਆਪ ਨੂੰ ਦਾਸ ਹੀ ਕਹਿ ਰਹੇ ਨੇ। ਸਕਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੇ। ਗੋਬਿੰਦ ਸਿੰਘ ਤੇਰਾ ਦਾਸ ਹੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲਾ। ਇਹ ਪ੍ਰਮਾਤਮਾ ਜਿਵੇਂ ਤੂੰ ਮੈਨੂੰ ਬੁਲਾ ਰਿਹਾ ਤਿਵੇਂ ਤੇਰਾ ਇਹ ਦਾਸ ਅਰਜੁਨ ਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਮੈਂ ਉਸੇ ਤਰ੍ਹਾਂ ਹੀ ਬੋਲ ਰਿਹਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ। ਸਮਾਂ ਵੀ ਸਮਾਪਤ ਹੈ। 21ਵੀਂ ਇਹ ਅਸ਼ਟਪਦੀ ਵੀ ਅੱਜ ਸੰਪੂਰਨ ਹੋਈ ਹੈ। 6 ਦਿਨ ਜਿਹੜੇ ਨੇ ਉਹ ਹੋਰ ਲੱਗਣਗੇ। 3 ਅਸ਼ਟਪਦੀਆਂ ਨੇ ਤੇ ਇੱਕ ਅਸ਼ਟਪਦੀ 2 ਦਿਨਾਂ ਵਿੱਚ ਹੁੰਦੀ ਹੈ। 6 ਦਿਨ ਹੋਰ ਲੱਗਣਗੇ ਤੇ ਸਤਿਗੁਰੂ ਰਹਿਮਤ ਕਰਨ। ਫਿਰ ਇਸ ਬਾਣੀ ਦੀ ਸੰਪੂਰਨਤਾ ਤੋਂ ਉਪਰੰਤ ਜਿਵੇਂ ਸੰਗਤ ਦੀ ਵਿਚਾਰ ਹੋਏਗੀ, ਅਗਲੀ ਬਾਣੀ ਦੀ ਆਰੰਭਤਾ ਜਿਹੜੀ ਉਹ ਕੀਤੀ ਜਾਏਗੀ। ਆਪ ਜੀ ਦਾ ਜੋ ਮਾਈਕ ਹਨ ਉਹ ਔਨ ਕਰ ਦਿੱਤੇ ਗਏ ਨੇ, ਅਨਮਿਊਟ ਕਰ ਦਿੱਤੇ ਗਏ ਨੇ। ਆਪ ਜੀ ਨੇ ਕੋਈ ਵੀ ਜੋ ਆਪ ਜੀ ਦਾ ਸਵਾਲ ਹੈ ਤੇ ਆਪਣਾ ਮਾਈਕ ਔਨ ਕਰਕੇ ਆਪ ਜੀ ਸਵਾਲ ਆਪਣਾ ਪੁੱਛ ਸਕਦੇ ਹੋ ਜੀ। ਹਾਂਜੀ ਵਾਹਿਗੁਰੂ ਜੀ। ਅਨਮਿਊਟ ਤੁਹਾਡੇ ਮਾਈਕ ਹੋ ਚੁੱਕੇ ਹਨ ਜੀ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ। ठीक है जी। सुआजेनिया को बेनतियां आप जी ने जो है वो प्रवान कर लैनियां। वो सारी विचार करदे बेअंत भुलां हो गई हैं। सो अखीर ते फिर करो गुरफतेह प्रवान। वाहिगुरु जी का खालसा, वाहिगुरु जी की फतेह।